Today I'm going to teach you IELTS writing task 2 or a 1 connectors. If you want to achieve 6.5 at least or 7 or above 7 scores, so watch this video till the end. In this video I will tell you at least 11 connectors which are really necessary in order to achieve your band scores, means according to your desired band score. So now I'm going to start. ਫਸਟ ਆਫ ਆਲ ਨਾਟ ਓਨਲੀ ਬਟ ਆਲਸੋ ਦਾ ਮੀਨਿੰਗ ਕੀ ਹੁੰਦਾ ਵਾ, ਜਦੋਂ ਆਪਾਂ ਦੋ ਗੱਲਾਂ ਨੂੰ ਆਪਣੀਆਂ ਨੂੰ ਲਿਖਣਾ ਹੋਵੇ, ਦੋ ਪੁਆਇੰਟਸ ਆਪਣੇ ਮੈਂਸ਼ਨ ਕਰਨੇ ਹੋਣ, ਉੱਥੇ ਆਪਾਂ ਨਾਟ ਓਨਲੀ ਬਟ ਆਲਸੋ ਯੂਜ਼ ਕਰ ਸਕਦੇ ਹਾਂ। ਇਹਦਾ ਮੀਨਿੰਗ ਹੁੰਦਾ ਇਕੱਲਾ ਇਹ ਨਹੀਂ ਬਲਕਿ ਇਹ ਵੀ। ਤੁਹਾਨੂੰ ਐਗਜ਼ਾਮਪਲ ਦੇ ਥਰੂ ਇਹਦਾ ਯੂਜ਼ ਕਲੀਅਰ ਹੋਏਗਾ। instead of not only but also you can also use not merely but also or not solely but also। ਤਿੰਨਾਂ ਦੇ ਮੀਨਿੰਗ ਸਿਮਿਲਰ ਹੀ ਹੁੰਦੇ ਆ। ਇਹ ਮੋਸਟ necessary if you want to achieve best band scores, so please watch this video till the end। ਜੰਕ ਫੂਡ ਇਕੱਲਾ ਸਸਤਾ ਹੀ ਨਹੀਂ ਬਲਕਿ ਸਵਾਦ ਵੀ ਹੁੰਦਾ ਹੈ। ਮੀਨਸ ਆਪਾਂ ਤੇ 2 ਪੁਆਇੰਟ ਮੈਂਸ਼ਨ ਕਰਦੇ ਵੀ ਜਿਹੜਾ ਜੰਕ ਫੂਡ ਹੈ ਇਕੱਲਾ ਸਸਤਾ ਹੀ ਨਹੀਂ, ਇਕੱਲੇ ਦੇ ਲਈ ਯੂਜ਼ ਕਰਦੇ ਆਪਾਂ ਨਾਟ ਓਨਲੀ ਜਾਂ ਨਾਟ ਮੇਅਰਲੀ ਜਾਂ ਨਾਟ ਸੋਲਲੀ, ਬਲਕਿ ਦੇ ਲਈ ਬਟ ਆਲਸੋ, ਬਲਕਿ ਤੇ ਵੀ ਦੇ ਲਈ ਵੀ, ਬਲਕਿ ਸਵਾਦ ਵੀ ਹੁੰਦਾ ਹੈ। ਮੀਨਸ ਆਪਾਂ 2 ਪੁਆਇੰਟ ਮੈਂਸ਼ਨ ਕੀਤੇ ਆ ਤੇ ਆਪਣੀ ਲਾਈਨ ਇੱਕ ਆ। ਕਿਉਂ ਇੱਕ ਆ? ਕਿਉਂਕਿ ਆਪਾਂ ਇੱਥੇ ਕਨੈਕਟਰ ਯੂਜ਼ ਕਰ ਲਿਆ। ਆਪਾਂ ਕਿਵੇਂ ਕਹਿ ਸਕਦੇ ਹਾਂ, ਜੰਕ ਫੂਡ ਇਜ਼ ਨਾਟ ਓਨਲੀ ਚੀਪ ਬਟ ਆਲਸੋ ਡਿਲੀਸ਼ੀਅਸ। ਇੱਥੇ ਆਪਾਂ ਨਾਟ ਓਨਲੀ ਬਟ ਆਲਸੋ ਦੀ ਜਗ੍ਹਾ ਲਿਖ ਸਕਦੇ ਹਾਂ ਜੰਕ ਫੂਡ ਇਜ਼ ਨਾਟ ਮੇਅਰਲੀ ਚੀਪ ਬਟ ਆਲਸੋ ਡਿਲੀਸ਼ੀਅਸ, ਔਰ ਯੂ ਕੈਨ ਆਲਸੋ ਸੇ ਜੰਕ ਫੂਡ ਇਜ਼ ਨਾਟ ਸੋਲਲੀ ਚੀਪ ਬਟ ਆਲਸੋ ਡਿਲੀਸ਼ੀਅਸ। ਨੈਕਸਟ ਵਨ ਹੈਗਾ ਵਾ although yet ਜਾਂ albeit comma even though still ਜਾਂ comma। ਇਹਦਾ ਯੂਜ਼ ਕੀ ਹੁੰਦਾ ਵਾ, ਇਹਨੂੰ ਮੋਸਟ ਆਫ ਦਾ ਟਾਈਮ ਸਟੂਡੈਂਟਸ ਜਾਂ ਆਪਾਂ ਕੋਈ ਵੀ ਇਹਨੂੰ ਕਨਕਲੂਜ਼ਨ ਦੇ ਵਿੱਚ ਯੂਜ਼ ਕਰਦਾ, ਕਿਉਂਕਿ ਇਹਦੇ ਨਾਲ ਕਨਕਲੂਜ਼ਨ ਆਪਾਂ ਕੀ ਆ ਇੱਕ ਪ੍ਰੋਪਰ ਕਨਕਲੂਜ਼ਨ ਲਿਖ ਸਕਦੇ ਹਾਂ। ਪਰ ਤੁਸੀਂ ਇਹਨੂੰ ਇੰਟਰੋ ਜਾਂ ਆਪਣੇ BP1 2 ਕਿਤੇ ਵੀ ਯੂਜ਼ ਕਰ ਸਕਦੇ ਆ, ਤੇ ਟਾਸਕ 1 ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਨਾਟ ਓਨਲੀ ਬਟ ਆਲਸੋ ਨੂੰ ਵੀ ਤੇ although yet ਨੂੰ ਵੀ। ਸਟੂਡੈਂਟਸ ਕੀ ਕਰਦੇ ਆ, ਉਹ although ਲਗਾ ਕੇ ਆਪਣਾ ਪੁਆਇੰਟ ਮੈਂਸ਼ਨ ਕਰਦੇ, ਫਿਰ yet ਦੀ ਜਗ੍ਹਾ ਬਟ ਲਗਾ ਦਿੰਦੇ। ਬਟ ਆਪਾਂ ਬੋਲਣ ਲਈ ਯੂਜ਼ ਕਰਦੇ ਆ, ਜਦੋਂ ਆਪਾਂ ਰਿਟਨ ਲਿਖਣਾ ਉਹਦੇ ਆਪਾਂ yet ਲਗਾਉਂਦੇ ਆ। ਜੇ ਤੁਸੀਂ yet ਵੀ ਨਹੀਂ ਲਗਾਉਣਾ ਤਾਂ ਕੌਮਾ ਲਗਾ ਸਕਦੇ। ਮੀਨਸ yet ਤੇ ਕੌਮੇ ਦੋਨਾਂ ਵਿੱਚੋਂ ਇੱਕ। instead of although yet you can also use albeit। ਤਿੰਨਾਂ ਦਾ ਮੀਨਿੰਗ ਸਿਮਿਲਰ ਹੀ ਆ। albeit ਫਿਰ ਆਪਣਾ ਪੁਆਇੰਟ ਫਿਰ ਕੌਮਾ। ਜਦੋਂ ਤੁਸੀਂ albeit ਲਗਾਉਣਾ ਉੱਥੇ ਕੌਮਾ ਲੱਗੇਗਾ, yet ਨਹੀਂ। ਐਂਡ ਯੂ ਕੈਨ ਆਲਸੋ ਯੂਜ਼ even though ਫਿਰ ਤੁਹਾਡਾ ਪੁਆਇੰਟ ਦੈਨ ਸਟਿਲ ਜਾਂ ਕੌਮਾ ਦੋਨਾਂ 'ਚੋਂ ਇੱਕ। ਇਹਦਾ ਮੀਨਿੰਗ ਕੀ ਹੁੰਦਾ, ਜਦੋਂ although yet ਜਾਂ ਤਿੰਨਾਂ ਵਿੱਚੋਂ ਕੋਈ ਵੀ ਲਗਾਉਂਦੇ ਆ, ਆਪਾਂ although ਦੇ ਨਾਲ ਜਾਂ albeit ਜਾਂ even though ਦੇ ਨਾਲ ਆਪਣਾ ਵੀਕ ਪੁਆਇੰਟ ਨੂੰ ਰੱਖਣਾ ਹੁੰਦਾ ਵਾ, yet ਜਾਂ ਕੌਮੇ ਤੋਂ ਬਾਅਦ ਆਪਣਾ ਸਟਰੋਂਗ ਪੁਆਇੰਟ ਰੱਖਣਾ ਹੁੰਦਾ। ਇਹਨੂੰ ਦੋ ਜਿਹੜੇ ਸੈਂਟੈਂਸ ਆ ਇਸ ਤਰ੍ਹਾਂ ਲਿਖਣੇ ਹੁੰਦੇ ਆ। ਜਿਵੇਂ ਆਪਾਂ ਕਹਿਣਾ ਵਾ ਵੀ ਭਾਵੇਂ ਨਿਊਜ਼ਪੇਪਰ ਪੜ੍ਹਨਾ ਸਾਡੇ ਲਈ ਟਾਈਮ ਕੰਜ਼ਿਊਮਿੰਗ ਆ, ਆਪਣਾ ਵੀਕ ਪੁਆਇੰਟ ਇਹ ਹੋਗਾ ਵੀ ਜਿਹੜਾ ਨਿਊਜ਼ਪੇਪਰ ਪੜ੍ਹਨਾ ਭਾਵੇਂ ਨੁਕਸਾਨਦਾਇਕ ਆ, ਮੀਨਸ ਕਿ ਟਾਈਮ ਕੰਜ਼ਿਊਮਿੰਗ ਆ, ਫਿਰ ਵੀ ਇਹ ਬਹੁਤ ਫਾਇਦੇਮੰਦ ਹੈ। ਮੀਨਸ ਜੇ ਆਪਾਂ ਕਹਿਣਾ ਫਿਰ ਵੀ ਆਪਣਾ ਸਟਰੋਂਗ ਪੁਆਇੰਟ ਕੀ ਹੋ ਗਿਆ ਕਿ ਫਿਰ ਵੀ ਬਹੁਤ ਸਾਰਾ ਇਹਦਾ ਬੈਨੀਫਿਟ ਆ। ਫਿਰ ਵੀ ਦੇ ਲਈ ਕੌਮਾ ਜਾਂ yet ਯੂਜ਼ ਕਰਦੇ ਆ, ਭਾਵੇਂ ਦੇ ਲਈ although albeit ਜਾਂ even though ਯੂਜ਼ ਕਰਦੇ ਆ। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, although reading newspaper is a time consuming for us, comma ਜਾਂ yet ਦੋਨਾਂ ਚੋਂ ਇੱਕ, it is beneficial। instead of this you can also say albeit reading newspaper is a time consuming for us, comma it's a beneficial, or you can also say even though reading newspaper is time consuming for us, still it's a beneficial। ਮੀਨਸ ਕਿ ਆਪਾਂ although ਵੀ ਲਗਾਤਾ, ਇੱਥੇ ਆਪਾਂ gerund ਫਾਰਮ ਵੀ ਯੂਜ਼ ਕਰ ਲਈ। gerund ਫਾਰਮ ਕੀ ਹੁੰਦੀ, ਜਦੋਂ ਆਪਾਂ ਵਰਬ ਦੀ ਫਸਟ ਫਾਰਮ ਦੇ ਨਾਲ ing ਲਗਾ ਕੇ ਸਟਾਰਟਿੰਗ ਤੇ ਯੂਜ਼ ਕਰ ਦਿੰਦੇ ਆ ਤੇ ਇਹ ਇੱਕ ਐਜ਼ ਅ ਨਾਊਨ ਕੰਮ ਕਰਦੀ, ਉਹਨੂੰ ਕਹਿੰਦੇ gerund ਫਾਰਮ। ਦੋਨੇ ਚੀਜ਼ਾਂ ਆਪਾਂ ਇੱਥੇ ਯੂਜ਼ ਕਰਤੀਆਂ। ਤੇ ਜਿਹੜੇ ਕਨੈਕਟਰਸ ਆ ਬਹੁਤ ਜ਼ਰੂਰੀ ਹੁੰਦੇ ਆ ਰਾਈਟਿੰਗ ਟਾਸਕ 2 ਔਰ 1 ਦੇ ਵਿੱਚ ਯੂਜ਼ ਕਰਨਾ, ਇਨ ਆਰਡਰ ਟੂ ਸ਼ੋ ਵੇਰੀਏਸ਼ਨ ਇਨ ਫਰੰਟ ਆਫ ਦਾ ਐਗਜ਼ਾਮੀਨਰ। ਨੈਕਸਟ ਵਨ ਹੈਗਾ ਵਾ ਐਜ਼ ਵੈਲ ਐਜ਼। ਜਿੱਥੇ ਤੁਸੀਂ ਐਂਡ ਯੂਜ਼ ਕਰਦੇ ਆ, ਇੰਸਟੈਡ ਆਫ ਐਂਡ ਯੂ ਕੈਨ ਯੂਜ਼ ਐਜ਼ ਵੈਲ ਐਜ਼, ਬੋਥ ਹੈਵ ਅ ਸੇਮ ਮੀਨਿੰਗਸ। ਜਿਵੇਂ ਤੁਸੀਂ ਕਹਿਣਾ ਵਾ ਫੋਰ ਐਗਜ਼ਾਮਪਲ ਵੀ ਇਹ ਐਸੇ ਆ, ਕੋਈ ਤੁਸੀਂ ਐਸੇ ਲਿਖ ਰਹੇ ਤੁਸੀਂ ਕਹਿਣਾ ਵਾ, ਜਿਵੇਂ ਥੀਸਿਸ 'ਚ ਵੀ ਆਪਾਂ ਯੂਜ਼ ਕਰ ਸਕਦੇ ਹਾਂ ਵੀ ਇਹ ਐਸੇ ਰੀਜ਼ਨਸ ਦੇ ਨਾਲ ਨਾਲ ਸੋਲਿਊਸ਼ਨ ਵੀ ਦੱਸੂਗਾ। ਤੁਸੀਂ ਕਿਵੇਂ ਕਹਿ ਸਕਦੇ ਆ, ਦਿਸ ਐਸੇ ਵਿਲ ਡਿਕੋਡ ਹੁੰਦਾ ਡਿਸਕ੍ਰਾਈਬ ਰੀਜ਼ਨਸ ਐਜ਼ ਵੈਲ ਐਜ਼ ਸੋਲਿਊਸ਼ਨਸ। ਜੇ ਤੁਸੀਂ ਸਿੰਪਲ ਤਰੀਕੇ ਨਾਲ ਕਹਿੰਦੇ ਉੱਥੇ ਤੁਸੀਂ ਕਿਵੇਂ ਕਹਿਣਾ ਸੀ, ਦਿਸ ਐਸੇ ਵਿਲ ਡਿਕੋਡ ਰੀਜ਼ਨਸ ਐਂਡ ਸੋਲਿਊਸ਼ਨ। ਜਿੱਥੇ ਤੁਸੀਂ ਐਂਡ ਲਗਾਉਂਦੇ ਆ ਉੱਥੇ ਆਪਾਂ ਐਜ਼ ਵੈਲ ਐਜ਼ ਯੂਜ਼ ਕਰ ਸਕਦੇ ਆ। ਈਵਨ ਯੂ ਕੈਨ ਯੂਜ਼ ਇਨ ਆਇਲਸ ਰਾਈਟਿੰਗ ਟਾਸਕ 1। ਨੈਕਸਟ ਵਨ ਹੈ both and and। both and and ਦਾ ਮਤਲਬ
ਇਹਦੇ ਵਿੱਚ ਵੀ ਆਪਾਂ ਦੋ ਮਤਲਬ ਪੁਆਇੰਟ ਮੈਂਸ਼ਨ ਕਰਨੇ ਹੁੰਦੇ ਆ। ਸਟਾਰਟਿੰਗ 'ਤੇ ਬੋਥ ਲਗਾਉਣਾ ਹੁੰਦਾ, ਫਿਰ ਆਪਣਾ ਪੁਆਇੰਟ, ਫਿਰ ਨੈਕਸਟ ਪੁਆਇੰਟ, ਫਿਰ ਐਂਡ ਲਾ ਕੇ ਫਿਰ ਇੱਕ ਹੋਰ ਪੁਆਇੰਟ। ਇਹਦਾ ਯੂਜ਼ ਵੀ ਦੋ ਚੀਜ਼ਾਂ ਨੂੰ ਕਨੈਕਟ ਕਰਨ ਵਾਸਤੇ ਹੁੰਦਾ, ਜਿਵੇਂ ਆਪਾਂ ਨਾਟ ਓਨਲੀ ਬਟ ਆਲਸੋ ਦਾ ਯੂਜ਼ ਕਰਦੇ ਉਸ ਤਰ੍ਹਾਂ ਹੁੰਦਾ ਇਹਦਾ ਯੂਜ਼। ਫੋਰ ਐਗਜ਼ਾਮਪਲ ਰਾਈਟਿੰਗ ਮੋਡਿਊਲ ਵਿੱਚ ਦੋਵੇਂ ਹੁੰਦੇ ਹਨ, ਜੇ ਆਪਾਂ ਕਹਿਣਾ ਵੀ ਇਹਦਾ ਮੀਨਸ ਬੋਥ ਹੁੰਦਾ ਦੋਵੇਂ, ਅਤੇ ਇਹਦਾ ਮੀਨਸ ਐਂਡ। ਜਿਵੇਂ ਆਪਾਂ ਕਹਿਣਾ ਵੀ ਜਿਹੜਾ ਰਾਈਟਿੰਗ ਮੋਡਿਊਲ ਆ ਉਹਦੇ ਵਿੱਚ ਦੋਵੇਂ ਹੁੰਦੇ ਆ, ਟਾਸਕ 1 ਅਤੇ ਟਾਸਕ 2। ਮੈਂ ਸਿੰਪਲ ਐਗਜ਼ਾਮਪਲ ਲਈ ਆ, ਤੁਸੀਂ ਆਪਣੇ ਅਕੋਰਡਿੰਗ ਟੂ ਯਰ ਟਾਸਕ 1 ਔਰ 2 ਯੂਜ਼ ਕਰ ਸਕਦੇ ਆ ਆਪਣੇ ਦੋ ਪੁਆਇੰਟਸ ਨੂੰ ਮੈਂਸ਼ਨ ਕਰਨ ਵਾਸਤੇ। ਬਸ ਤੁਹਾਡੀ ਸੈਂਸ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਜਿਵੇਂ ਤੁਸੀਂ ਕੋਈ ਪੁਆਇੰਟ ਲਿਖਣਾ ਵੀ ਆਹ ਚੀਜ਼ ਵਿੱਚ ਦੋਵੇਂ ਆ, ਇਹ ਵੀ ਆ ਅਤੇ ਇਹ ਵੀ ਆ, ਉੱਥੇ ਯੂਜ਼ ਹੋਊਗਾ ਇਹ। ਰਾਈਟਿੰਗ ਮੋਡਿਊਲ ਹੈਜ਼ ਬੋਥ, ਆਪਾਂ ਲਿਖਦੇ ਵੀ ਰਾਈਟਿੰਗ ਮੋਡਿਊਲ ਵਿੱਚ ਦੋਵੇਂ ਆ, ਟਾਸਕ 1 ਐਂਡ ਟਾਸਕ 2। ਮੀਨਸ ਆਪਣੇ ਪੁਆਇੰਟਸ ਨੂੰ ਇੱਕ ਲਾਈਨ ਦੇ ਵਿੱਚ ਸ਼ੋਅ ਕਰਨ ਲਈ ਦੋ ਤਿੰਨ ਪੁਆਇੰਟਸ ਨੂੰ ਇਹ ਯੂਜ਼ ਕਰਦੇ ਆਪਾਂ। ਨੈਕਸਟ ਵਨ ਹੈਗਾ ਨੀਦਰ ਨੌਰ। ਨੀਦਰ ਨੌਰ ਦਾ ਮੀਨਿੰਗ ਕੀ ਹੁੰਦਾ, ਨੀਦਰ ਲਗਾਓ ਫਿਰ ਆਪਣਾ ਪੁਆਇੰਟ ਮੈਂਸ਼ਨ ਦੈਨ ਨੌਰ। ਇਹਦਾ ਮੀਨਿੰਗ ਹੁੰਦਾ ਨਾ ਤਾਂ, ਨੀਦਰ ਦਾ ਮੀਨਸ ਨਾ ਤਾਂ, ਨੌਰ ਦਾ ਮੀਨਸ ਨਾ ਹੀ। ਐਗਜ਼ਾਮਪਲ ਕੀ ਹੈ, ਸਾਡਾ ਸ਼ਹਿਰ ਨਾ ਤਾਂ ਵੱਡਾ ਹੈ ਨਾ ਹੀ ਛੋਟਾ ਹੈ। ਜੇ ਆਪਾਂ ਇਸ ਤਰ੍ਹਾਂ ਕਹਿਣਾ ਵਾ ਆਪਾਂ ਕਿਵੇਂ ਕਹਿ ਸਕਦੇ ਹਾਂ, ਅਵਰ ਸਿਟੀ ਇਜ਼ ਨੀਦਰ ਬਿਗ। ਨੀਦਰ ਦਾ ਮੀਨਸ ਨਾ ਤਾਂ ਬਿਗ ਨਾ ਹੀ ਛੋਟਾ ਹੈ, ਨॉट ਸਮॉल। ਇਸ ਤਰ੍ਹਾਂ ਆਪਾਂ ਇਹਨੂੰ ਮੈਂਸ਼ਨ ਕਰ ਸਕਦੇ ਹਾਂ। ਤੇ ਇਹਨੂੰ ਤੁਸੀਂ ਸਪੀਕਿੰਗ 'ਚ ਵੀ ਯੂਜ਼ ਕਰ ਸਕਦੇ ਆ ਫॉर गेटिंग अ बेस्ट बैंड स्कोर इन स्पीकिंग मॉड्यूल। ਨੈਕਸਟ ਵਨ ਹੈਗਾ ਈਦਰ ਔਰ। ਈਦਰ ਔਰ ਦਾ ਮੀਨਿੰਗ ਹੁੰਦਾ ਵਾ ਜਾਂ ਤਾਂ, ਜਾਂ ਤੇ ਜਾਂ। ਮੀਨਸ ਤੁਹਾਨੂੰ ਐਗਜ਼ਾਮਪਲ ਦੇ ਥਰੂ ਫੁਲੀ ਕਲੀਅਰ ਹੋਏਗਾ ਇਹਦਾ ਯੂਜ਼ ਕਿਵੇਂ ਹੁੰਦਾ ਵਾ। ਜਿਵੇਂ ਆਪਾਂ ਕਹਿਣਾ ਵਾ ਕਿ ਬਹੁਤ ਸਾਰੇ ਸਟੂਡੈਂਟਸ ਆ ਜਾਂ ਤਾਂ ਕੈਨੇਡਾ ਜਾਣਾ ਪਸੰਦ ਕਰਦੇ ਆ ਜਾਂ ਅਮੈਰੀਕਾ। ਜਾਂ ਤਾਂ ਦੇ ਲਈ ਈਦਰ, ਜਾਂ ਦੇ ਲਈ ਔਰ। ਇਹਨੂੰ ਆਪਾਂ ਕਿਵੇਂ ਬਣਾ ਸਕਦੇ ਹਾਂ, ਮੋਸਟ ਆਫ ਦਾ ਸਟੂਡੈਂਟਸ ਈਦਰ ਪ੍ਰੈਫਰ ਟੂ ਗੋ ਕੈਨੇਡਾ ਔਰ ਅਮੈਰੀਕਾ। ਇਸ ਤਰ੍ਹਾਂ ਆਪਾਂ ਇਹਨੂੰ ਲਿਖ ਸਕਦੇ ਹਾਂ। ਤੁਸੀਂ ਆਪਣੀ ਮੀਨਸ ਜੋ ਵੀ ਤੁਹਾਡੀ ਐਕਸਪਲੇਨੇਸ਼ਨ ਹੋਊਗੀ ਟਾਸਕ 1 ਔਰ 2 ਵਿੱਚ, ਉਹਦੇ ਅਕੋਰਡਿੰਗ ਤੁਸੀਂ ਇਹਦਾ ਯੂਜ਼ ਕਰ ਸਕਦੇ। ਇਹਦਾ ਮੀਨਿੰਗ ਮੈਂ ਤੁਹਾਨੂੰ ਦੱਸ ਦਿੱਤਾ ਵੀ ਜਾਂ ਤਾਂ ਜਾਂ ਜਾਂ ਹੁੰਦਾ, ਜਿੱਥੇ ਤੁਸੀਂ ਇੱਦਾਂ ਪੁਆਇੰਟ ਨੂੰ ਮੈਂਸ਼ਨ ਕਰਨਾ ਉੱਥੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ। ਨੈਕਸਟ ਵਨ ਹੈਗਾ ਰੈਦਰ ਦੈਨ ਔਰ ਇੰਸਟੈਡ ਆਫ। ਬੋਥ ਹੈਵ ਅ ਸੇਮ ਮੀਨਿੰਗਸ। ਇਹਨਾਂ ਦੋਨਾਂ ਦੇ ਸੇਮ ਮੀਨਿੰਗਸ ਆ। ਇਹਨਾਂ ਨੂੰ ਆਪਾਂ ਉਦੋਂ ਯੂਜ਼ ਕਰਦੇ ਜਦੋਂ ਆਪਾਂ ਕੰਪੈਰੀਜ਼ਨ ਕਰਨਾ ਹੋਵੇ, ਦੋਨਾਂ ਵਿੱਚ ਕੋਈ ਵੀ ਯੂਜ਼ ਕਰ ਸਕਦੇ ਹਾਂ। ਇਫ ਯੂ ਵਾਂਟ ਟੂ ਸੇ, ਅੱਜ ਕੱਲ੍ਹ ਬਹੁਤ ਸਾਰੇ ਲੋਕ ਵੈਲ ਐਜੂਕੇਟਡ ਬਣ ਰਹੇ ਆ ਪਾਸਟ ਟਾਈਮ ਦੀ ਬਜਾਏ। ਦੀ ਬਜਾਏ ਦਾ ਮੀਨਿੰਗ ਕੀ ਹੁੰਦਾ ਵਾ, ਮੀਨਸ ਜਿੱਥੇ ਆਪਾਂ ਦੀ ਬਜਾਏ ਲਿਖਣਾ, ਮੀਨਸ ਦੀ ਬਜਾਏ ਦਾ ਮਤਲਬ ਕਿ ਐਜ਼ ਕੰਪੇਅਰ ਟੂ ਪਾਸਟ। ਜਿੱਥੇ ਆਪਾਂ ਐਜ਼ ਕੰਪੇਅਰ ਟੂ ਲਿਖਦੇ ਹਾਂ ਉਹਦੀ ਜਗ੍ਹਾ ਆਪਾਂ ਲਿਖ ਸਕਦੇ ਹਾਂ ਰੈਦਰ ਦੈਨ ਜਾਂ ਇੰਸਟੈਡ ਆਫ। ਇਹਦੀ ਐਗਜ਼ਾਮਪਲ ਕੀ ਹੈ, ਨਾਓ ਡੇਜ਼ ਮੈਜੋਰਿਟੀ ਆਫ ਪੀਪਲ ਆਰ ਵੈਲ ਐਜੂਕੇਟਡ। ਮੀਨਸ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਵੈਲ ਐਜੂਕੇਟਡ ਆ ਰੈਦਰ ਦੈਨ ਪਾਸਟ, ਪਾਸਟ ਦੀ ਬਜਾਏ। ਰਾਦਰ ਦੈਨ ਦੀ ਜਗ੍ਹਾ ਤੁਸੀਂ ਇੰਸਟੈਡ ਆਫ ਕਿਵੇਂ ਯੂਜ਼ ਕਰ ਸਕਦੇ ਆ, ਨਾਓ ਡੇਜ਼ ਮੈਜੋਰਿਟੀ ਆਫ ਪੀਪਲ ਆਰ ਵੈਲ ਐਜੂਕੇਟਡ ਇੰਸਟੈਡ ਆਫ ਪਾਸਟ। ਜੇ ਤੁਸੀਂ ਐਜ਼ ਕੰਪੇਅਰ ਟੂ ਯੂਜ਼ ਕਰਨਾ ਉਹ ਕਿਵੇਂ ਯੂਜ਼ ਕਰ ਸਕਦੇ ਆ, ਨਾਓ ਡੇਜ਼ ਮੈਜੋਰਿਟੀ ਆਫ ਪੀਪਲ ਆਰ ਵੈਲ ਐਜੂਕੇਟਡ ਐਜ਼ ਕੰਪੇਅਰ ਟੂ ਪਾਸਟ। ਇਸ ਤਰ੍ਹਾਂ ਯੂਜ਼ ਕਰ ਸਕਦੇ ਆ। ਨੈਕਸਟ ਵਨ ਹੈਗਾ ਵਾ ਡਿਸਪਾਈਟ ਆਫ ਔਰ ਇਨਸਪਾਈਟ ਆਫ। ਇਹਨੂੰ ਆਪਾਂ ਕਿੱਥੇ ਯੂਜ਼ ਕਰਦੇ ਆ, ਜਦੋਂ ਆਪਾਂ BP2 ਆਪਣਾ ਸਟਾਰਟ ਕਰਦੇ ਆ, ਮੋਸਟ ਆਫ ਦਾ ਟਾਈਮ ਆਪਾਂ ਉੱਥੇ ਨੂੰ ਯੂਜ਼ ਕਰ ਸਕਦੇ ਆ। ਇਹਦਾ ਮੀਨਿੰਗ ਇਹ ਹੁੰਦਾ ਵਾ ਜਦੋਂ ਆਪਾਂ ਕਹਿੰਦੇ ਆ ਵੀ ਇਸ ਦੇ ਬਾਵਜੂਦ ਵੀ, ਮੀਨਸ ਕੋਈ ਚੀਜ਼ ਦੇ ਬਾਵਜੂਦ ਵੀ, ਜਿੱਥੇ ਤੁਸੀਂ ਇਹ ਵਰਡ ਲਿਖਣਾ ਵਾ, ਮੀਨਸ ਤੁਹਾਡਾ ਕੋਈ ਸੈਂਟੈਂਸ ਇਸ ਤਰ੍ਹਾਂ ਬਣ ਰਿਹਾ ਵਾ ਵੀ ਆਹ ਚੀਜ਼ ਦੇ ਬਾਵਜੂਦ ਵੀ ਆਹ ਹੋ ਰਿਹਾ ਵਾ, ਉੱਥੇ ਤੁਸੀਂ ਡਿਸਪਾਈਟ ਜਾਂ ਇਨਸਪਾਈਟ ਆਫ ਯੂਜ਼ ਕਰ ਸਕਦੇ ਆ। ਦੋਨਾਂ ਦੇ ਮੀਨਿੰਗ ਸਿਮਿਲਰ ਹੁੰਦੇ ਆ। ਜਿਵੇਂ ਤੁਸੀਂ ਕਹਿਣਾ ਵਾ ਨੋਨ ਵੈਜੀਟੇਰੀਅਨ ਫੂਡਸ ਦੇ ਫਾਇਦੇ ਹੋਣ ਦੇ ਬਾਵਜੂਦ ਵੀ ਕੁਝ ਨੁਕਸਾਨ ਹੈ। ਮੀਨਸ ਆਹ ਚੀਜ਼ ਦੇ ਆਹ ਫਾਇਦੇ ਹੋਣ ਦੇ ਬਾਵਜੂਦ ਵੀ ਇਹਦੇ ਨੁਕਸਾਨ ਆ। ਦੋ ਪੁਆਇੰਟਸ ਮੈਂਸ਼ਨ ਕਰਤੇ, ਆਪਣਾ ਵਰਡ ਵੀ ਹੈਗਾ ਦੇ ਬਾਵਜੂਦ ਵੀ, ਉਹਦੀ ਜਗ੍ਹਾ ਯੂਜ਼ ਕਰ ਸਕਦੇ ਹਾਂ ਡਿਸਪਾਈਟ ਔਰ ਇਨਸਪਾਈਟ ਆਫ। ਇਹਦੇ ਬਿਗਨਿੰਗ 'ਤੇ ਲੱਗਦੇ ਆ। ਫੋਰ ਐਗਜ਼ਾਮਪਲ ਜਿਵੇਂ ਕਹਿਣਾ ਆਪਾਂ despite of having ample of benefits of non-vegetarian foods, there are a certain drawbacks। means कि despite of having ample of benefits, बहुत सारे benefits होने के बावजूद भी कादे non-vegetarian foods ਦੇ there are certain drawbacks, कुछ drawbacks भी हैं। despite ਦੀ ਜਗ੍ਹਾ ਤੁਸੀਂ ਕਹਿ ਸਕਦੇ in spite of, ਉਹ ਵੀ beginning ਤੇ use ਹੁੰਦਾ ਹੈ। for example in spite of having ample of benefits of non-vegetarian foods, there are a certain drawbacks। ਇਸ ਤਰ੍ਹਾਂ ਮੀਨਸ ਤੁਸੀਂ ਆਪਣੇ ਪੁਆਇੰਟ ਦੇ ਅਕੋਰਡਿੰਗ ਜੋ ਵੀ ਤੁਸੀਂ ਲਿਖਣਾ ਉਹ ਤੁਸੀਂ ਲਿਖ ਸਕਦੇ ਆ। ਇਹਦਾ ਮੀਨਿੰਗ ਹੁੰਦਾ ਦੇ ਬਾਵਜੂਦ ਵੀ। ਨੈਕਸਟ ਵਨ ਹੈਗਾ ਵਾ ਇਫ ਦੈਨ ਜਾਂ ਕੋਮਾ, ਜਾਂ ਵੈਨ ਦੈਨ ਜਾਂ ਕੋਮਾ, ਜਾਂ ਪ੍ਰੋਵਾਈਡਡ ਦੈਟ ਜਾਂ ਕੋਮਾ। ਇਹਦਾ ਮੀਨਿੰਗ ਕੀ ਹੁੰਦਾ, ਇਹ ਆਪਾਂ ਰਾਈਟਿੰਗ ਟਾਸਕ 2 ਦੇ ਵਿੱਚ ਯੂਜ਼ ਕਰ ਸਕਦੇ ਹਾਂ। ਜੋ ਇਹ ਹੁੰਦੇ ਕੰਡੀਸ਼ਨਲ ਸੈਂਟੈਂਸ, ਅਤੇ ਇਹਨਾਂ ਨੂੰ ਆਪਾਂ ਆਪਣੇ ਪੁਆਇੰਟ ਜੋ ਵੀ ਤੁਸੀਂ ਪੁਆਇੰਟ ਦਿੱਤਾ ਵਾ BP1 ਜਾਂ 2 'ਚ ਉਹਨੂੰ ਐਕਸਪਲੇਨ ਕਰਨ ਦੇ ਵਾਸਤੇ ਯੂਜ਼ ਕਰ ਸਕਦੇ ਹਾਂ। ਮੀਨਸ ਇਹ ਬੈਸਟ ਆਈਡੀਆ ਹੁੰਦਾ ਵਾ, ਬੈਸਟ ਮੀਨਸ ਇੱਕ ਕੰਡੀਸ਼ਨਲ ਸੈਂਟੈਂਸ ਹੁੰਦਾ ਆਪਣੇ ਆਈਡੀਆ ਨੂੰ ਪ੍ਰੋਪਰ ਐਕਸਪਲੇਨ ਕਰਨ ਦੇ ਲਈ।
ਜੇ ਤੁਸੀਂ ਕਹਿਣਾ ਵਾ ਵੀ ਜੇ ਸਟੂਡੈਂਟਸ ਨਿਊਜ਼ਪੇਪਰ ਪੜ੍ਹਦੇ ਆ, ਫੋਰ ਐਗਜ਼ਾਮਪਲ ਆਪਾਂ ਕਹਿਣਾ ਵਾ ਵੀ ਜੇ ਸਟੂਡੈਂਟ ਨਿਊਜ਼ਪੇਪਰ ਪੜ੍ਹਦੇ ਆ ਤਾਂ ਉਹ ਆਪਣੀ ਨੌਲੇਜ ਵਧਾ ਸਕਦੇ ਆ, ਮੀਨਸ ਕਿ ਇੱਕ ਕੰਡੀਸ਼ਨ ਦੇਣੀ ਹੁੰਦੀ ਹੈ, ਫਿਰ ਉਹਦਾ ਰਿਜ਼ਲਟ ਲਿਖਣਾ ਹੁੰਦਾ ਵਾ। ਅਤੇ ਇਫ ਦੀ ਜਗ੍ਹਾ ਤੁਸੀਂ ਪ੍ਰੋਵਾਈਡਡ ਦੈਟ ਯੂਜ਼ ਕਰ ਸਕਦੇ ਆ। ਪ੍ਰੋਵਾਈਡਡ ਦੈਟ ਦੇ ਨਾਲ ਕੌਮਾ ਲੱਗਦਾ, ਮੀਨਸ ਪ੍ਰੋਵਾਈਡਡ ਦੈਟ, ਫਿਰ ਆਪਣਾ ਪੁਆਇੰਟ ਮੀਨਸ ਕੰਡੀਸ਼ਨ, ਫਿਰ ਰਿਜ਼ਲਟ ਲਿਖਣ ਦੇ ਲਈ ਕੌਮਾ, ਫਿਰ ਰਿਜ਼ਲਟ। ਜਾਂ ਤੁਸੀਂ ਕਹਿ ਸਕਦੇ ਇਫ, ਫਿਰ ਆਪਣਾ ਕੰਡੀਸ਼ਨ, ਫਿਰ ਦੈਨ ਜਾਂ ਕੌਮਾ, ਦੋਨਾਂ 'ਚੋਂ ਇੱਕ ਯੂਜ਼ ਕਰ ਸਕਦੇ ਆ, ਫਿਰ ਰਿਜ਼ਲਟ। ਪ੍ਰੋਵਾਈਡਡ ਦੈਟ ਅਤੇ ਇਫ ਦਾ ਮੀਨਿੰਗ ਸਿਮਿਲਰ ਹੁੰਦਾ ਵਾ। ਜਿਵੇਂ ਤੁਸੀਂ ਕਹਿਣਾ ਵਾ ਪ੍ਰੋਵਾਈਡਡ ਦੈਟ ਸਟੂਡੈਂਟਸ ਰੀਡ ਨਿਊਜ਼ਪੇਪਰ ਕੌਮਾ ਦੇ ਕੈਨ ਐਨਹਾਂਸ ਦੇਅਰ ਨੌਲੇਜ, ਮੀਨਸ ਕਿ ਇਫ students read newspaper then ਜਾਂ ਕੌਮਾ ਦੇ ਕੈਨ ਐਨਹਾਂਸ ਦੇਅਰ ਨੌਲੇਜ। ਮਤਲਬ ਕੀ ਹੈ ਜਿਹੜਾ ਪ੍ਰੋਵਾਈਡਡ ਦੈਟ ਹੈ ਇਹ ਬਹੁਤ ਹੀ ਰੇਅਰ ਯੂਜ਼ ਹੁੰਦਾ ਵਾ ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ, ਮੀਨਸ ਬਹੁਤ ਘੱਟ ਸਟੂਡੈਂਟ ਯੂਜ਼ ਕਰਦੇ। ਇਸ ਲਈ ਇਫ ਯੂ ਯੂਜ਼ ਦਿਸ ਵਨ ਕੰਡੀਸ਼ਨਲ ਸੈਂਟੈਂਸ it would be beneficial for you to get best scores, so I think you should use it। ਮੀਨਸ ਜਿੱਥੇ ਆਪਾਂ ਇਫ ਕਹਿਣਾ ਵਾ ਉਹਦੀ ਜਗ੍ਹਾ ਪ੍ਰੋਵਾਈਡਡ ਦੈਟ ਯੂਜ਼ ਕਰ ਸਕਦੇ। ਬਸ ਜਸਟ ਡਿਫਰੈਂਸ ਇਹੀ ਹੈ ਕਿ ਇਫ ਦੇ ਨਾਲ ਆਪਾਂ ਦੈਨ ਜਾਂ ਕੌਮਾ ਦੋਨਾਂ 'ਚ ਕੋਈ ਵੀ ਯੂਜ਼ ਕਰ ਸਕਦੇ, ਅਤੇ ਪ੍ਰੋਵਾਈਡਡ ਦੈਟ ਦੇ ਨਾਲ ਜਸਟ ਆਪਾਂ ਕੌਮਾ ਹੀ ਯੂਜ਼ ਕਰਦੇ ਹਾਂ। ਮੀਨਸ ਵੈਨ ਅਤੇ ਦੈਨ ਦਾ ਡਿਫਰੈਂਸ ਕੀ ਹੈ ਇਹਦੇ ਨਾਲੋਂ, ਇਹ ਵੀ ਆਪਾਂ ਐਕਸਪਲੇਨ ਕਰਨ ਅਸੀਂ ਯੂਜ਼ ਕਰਦੇ ਹਾਂ। ਬਟ ਜੇ ਆਪਾਂ ਸਟਾਰਟਿੰਗ ਦੇ ਵਰਡ ਜੇ ਯੂਜ਼ ਕਰ ਰਹੇ ਮੀਨਸ ਜੇ ਤੋਂ ਸ਼ੁਰੂ ਕਰ ਰਹੇ ਹਾਂ ਤਾਂ ਇਫ ਜਾਂ ਪ੍ਰੋਵਾਈਡਡ ਦੈਟ ਯੂਜ਼ ਕਰਾਂਗੇ। ਜੇ ਤੁਸੀਂ ਇਸ ਤਰ੍ਹਾਂ ਕਹਿ ਰਹੇ ਕਿ ਜਦੋਂ ਸਟੂਡੈਂਟਸ ਨਿਊਜ਼ਪੇਪਰ, ਮੀਨਸ ਜਦੋਂ ਤੁਸੀਂ ਬੋਲੋਗੇ ਸਟਾਰਟਿੰਗ ਦੇ ਜਦੋਂ ਵਰਡ ਯੂਜ਼ ਕਰ ਲਿਆ, ਮੀਨਸ ਆਪਾਂ ਐਕਸਪਲੇਨ ਕਰਨੇ ਆ ਕਹਿੰਦੇ ਆ ਵੀ ਜਦੋਂ ਸਟੂਡੈਂਟਸ ਨਿਊਜ਼ਪੇਪਰ ਪੜ੍ਹਦੇ ਹਨ ਤਾਂ ਉਹ ਆਪਣੀ ਨੌਲੇਜ ਵਧਾ ਸਕਦੇ ਆ। ਮੀਨਸ ਜੇ ਤੁਸੀਂ ਜਦੋਂ ਬੋਲਿਆ ਵਾ ਤਾਂ ਵੈਨ ਲਿਖੋ, ਜੇ ਬੋਲਿਆ ਤਾਂ ਇਫ ਜਾਂ ਪ੍ਰੋਵਾਈਡਡ ਦੈਟ ਲੱਗੂਗਾ। ਜਿਵੇਂ ਤੁਸੀਂ ਕਹਿਣਾ ਵਾ ਵੀ ਜਦੋਂ ਸਟੂਡੈਂਟਸ ਨਿਊਜ਼ਪੇਪਰ ਪੜ੍ਹਦੇ ਆ, ਵੈਨ ਸਟੂਡੈਂਟਸ ਰੀਡ ਨਿਊਜ਼ਪੇਪਰ ਕੌਮਾ ਜਾਂ ਦੈਨ ਦੋਨਾਂ 'ਚੋਂ ਇੱਕ, ਦੇ ਕੈਨ ਐਨਹਾਂਸ ਦੇਅਰ ਨੌਲੇਜ। ਇਸ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਅਤੇ ਇਹਨੂੰ ਆਪਾਂ ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਯੂਜ਼ ਕਰਦੇ ਹਾਂ। ਨੈਕਸਟ ਹੈਗਾ 10th। ਇਹ ਵੀ ਸਟੂਡੈਂਟ ਬਹੁਤ ਹੀ ਰੇਅਰ ਯੂਜ਼ ਕਰਦੇ ਆ, ਇਹਨੂੰ ਕਹਿੰਦੇ ਡਬਲ ਕੰਪੈਰੇਟਿਵ ਡਿਗਰੀ। ਡਬਲ ਕੰਪੈਰੇਟਿਵ ਡਿਗਰੀ ਦਾ ਯੂਜ਼ ਕਿੱਥੇ ਹੁੰਦਾ, ਜਦੋਂ ਆਪਾਂ BP 1 ਜਾਂ 2 ਦੇ ਵਿੱਚ ਆਪਣਾ ਪੁਆਇੰਟ ਮੈਂਸ਼ਨ ਕੀਤਾ, ਉਹਨੂੰ ਐਕਸਪਲੇਨ ਕੀਤਾ, ਫਿਰ ਉਹਦੀ ਐਗਜ਼ਾਮਪਲ ਦਿੱਤੀ, ਉਹਦਾ ਰਿਜ਼ਲਟ ਲਿਖਣ ਲਈ, ਮੀਨਸ ਜੋ ਵੀ ਆਪਣਾ ਰਿਜ਼ਲਟ ਹੋਊਗਾ ਉਹਨੂੰ ਲਿਖਣ ਦੇ ਲਈ ਇਹ ਯੂਜ਼ ਕਰਦੇ ਹਾਂ। ਇਹਦਾ ਮੀਨਿੰਗ ਇਹ ਨਹੀਂ ਕਿ ਤੁਸੀਂ ਦੋਨਾਂ ਵਿੱਚ ਇੱਕੋ ਹੀ ਯੂਜ਼ ਕਰੋ, ਤੁਹਾਡੇ ਕਨੈਕਟਰਸ ਸਿਮਿਲਰ ਨਹੀਂ ਹੋਣੇ ਚਾਹੀਦੇ। ਮੀਨਸ ਕੀ ਹੈ, ਤੁਸੀਂ ਜੇ BP 1 'ਚ ਕੁਛ ਹੋਰ ਯੂਜ਼ ਕੀਤਾ ਤਾਂ 2 ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਆ। 2 ਜਾਂ 1 ਦੋਨਾਂ 'ਚ ਇੱਕ 'ਚ ਯੂਜ਼ ਕਰਨਾ ਹੁੰਦਾ ਵਾ, ਅਤੇ ਰੇਅਰ ਯੂਜ਼ ਹੁੰਦਾ ਵਾ, ਅਤੇ ਇਸ ਲਈ ਬੈਸਟ ਹੈ ਜੇ ਤੁਸੀਂ ਯੂਜ਼ ਕਰਦੇ ਆ ਆਪਣੀ ਟਾਸਕ 2 ਦੇ ਵਿੱਚ। ਜਿਵੇਂ ਤੁਸੀਂ ਕੋਈ ਪੁਆਇੰਟ ਲਿਖਿਆ, ਉਹਨੂੰ ਐਕਸਪਲੇਨ ਕਰਤਾ, ਐਗਜ਼ਾਮਪਲ ਦੇਤੀ, ਹੁਣ ਤੁਸੀਂ ਰਿਜ਼ਲਟ ਇਸ ਤਰ੍ਹਾਂ ਲਿਖਣਾ ਵੀ ਜਿੰਨਾ ਜ਼ਿਆਦਾ ਤੁਸੀਂ ਮੇਰੀ ਵੀਡੀਓ, ਇਹ ਤਾਂ ਮੈਂ ਆਪਣੀ ਮੀਨਸ ਵੈਸੇ ਸਿੰਪਲ ਐਗਜ਼ਾਮਪਲ ਲਿਖੀ ਹੈ, ਤੁਸੀਂ ਆਪਣੇ ਅਕੋਰਡਿੰਗ ਟੂ ਯੋਰ point explanation example you can use this connector or this comparative degree for show your result, I mean to say for showing your results। ਜੇ ਤੁਸੀਂ ਇੱਦਾਂ ਕਹਿਣਾ ਵਾ ਵੀ ਜਿੰਨਾ ਜ਼ਿਆਦਾ ਤੁਸੀਂ ਮੇਰੀ ਵੀਡੀਓ ਸ਼ੇਅਰ ਅਤੇ ਲਾਈਕ ਕਰਦੇ ਹੋ ਉਨਾ ਹੀ ਤੁਹਾਡੇ ਤੇ ਮੇਰੇ ਲਈ ਵਧੀਆ ਹੋਵੇਗਾ। ਕਿਵੇਂ ਕਹਿ ਸਕਦੇ ਹਾਂ, the more you share and like my video the better for you and me। ਜਿੰਨਾ ਜ਼ਿਆਦਾ ਦਾ ਮਤਲਬ ਹੋ ਗਿਆ the more you share and like my video, ਫਿਰ ਕੌਮਾ ਲਗਾਵਾਂਗੇ, the better ਦਾ ਮਤਲਬ ਉਨਾ ਹੀ ਵਧੀਆ। ਵਧੀਆ ਨੂੰ ਕੀ ਕਹਿ ਸਕਦੇ ਆਪਾਂ, ਮੀਨਸ ਡਬਲ ਕੰਪੈਰੇਟਿਵ ਡਿਗਰੀ ਕਹਿੰਦੇ ਇਹਨੂੰ। ਡਬਲ ਕੰਪੈਰੇਟਿਵ ਕਿਉਂ ਕਹਿੰਦੇ, ਕਿਉਂਕਿ ਆਪਾਂ ਡਬਲ ਟਾਈਮ ਕੰਪੈਰੇਟਿਵ ਡਿਗਰੀ ਦਾ ਯੂਜ਼ ਕਰੇ। ਕੰਪੈਰੇਟਿਵ ਡਿਗਰੀ ਕੀ ਹੁੰਦੀ ਹੈ, ਜਿਹੜੀ ਸੈਕਿੰਡ ਫਾਰਮ ਹੁੰਦੀ ਹੈ ਡਿਗਰੀਜ਼ ਦੀ। ਵਿਦ ਦਾ ਮੋਰ ਦਾ ਬੈਟਰ, ਡਬਲ ਟਾਈਮ ਹੈ ਇਸ ਲਈ ਡਬਲ ਕੰਪੈਰੇਟਿਵ ਕਹਿੰਦੇ ਆ, ਅਤੇ ਰਿਜ਼ਲਟ ਵਿੱਚ ਯੂਜ਼ ਹੁੰਦੀ ਆ ਟਾਸਕ 2 ਦੇ। ਜਿਵੇਂ BP 1 ਜਾਂ 2 ਦਾ ਰਿਜ਼ਲਟ ਨਿਕਾਲਣਾ ਆਪਾਂ। ਦਾ ਮੋਰ ਯੂ ਸ਼ੇਅਰ ਐਂਡ ਲਾਈਕ ਮਾਈ ਵੀਡੀਓ ਦਾ ਬੈਟਰ ਫॉर ਯੂ ਐਂਡ ਮੀ, ਅਤੇ ਕੌਮਾ ਜਿਹੜਾ ਇਹ ਨੈਸੈਸਰੀ ਆ ਲਗਾਉਣਾ। ਮੀਨਸ ਕਿ ਜੇ ਤੁਸੀਂ ਕਹਿਣਾ ਵਾ ਵੀ ਤੁਹਾਡੇ ਪੁਆਇੰਟ ਦੇ ਅਕੋਰਡਿੰਗ ਆ, ਫੋਰ ਐਗਜ਼ਾਮਪਲ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੇ ਦਿੰਦੀ ਮੈਂ। ਜੇ ਤੁਸੀਂ ਕਹਿਣਾ ਵੀ ਜਿੰਨਾ ਜ਼ਿਆਦਾ ਇਹ ਕੋਈ ਪੁੱਲ ਵਾ, ਤੁਸੀਂ ਕਹਿਣਾ ਵੀ ਜਿੰਨਾ ਜ਼ਿਆਦਾ ਇਹ ਪੁੱਲ ਉੱਚਾ ਵਾ ਉਨਾ ਹੀ ਲੋਕਾਂ ਲਈ ਡਿਫੀਕਲਟ ਆ ਜਾਂ ਈਜ਼ੀ ਆ, ਜਿਵੇਂ ਵੀ ਤੁਸੀਂ ਕਹਿਣਾ, ਤੁਸੀਂ ਕੀ ਕਹਿ ਸਕਦੇ ਹੋ, ਦਾ ਟਾਲਰ ਦਿਸ ਫਲਾਈਓਵਰ ਜਾਂ ਹਾਇਰ ਦਿਸ ਫਲਾਈਓਵਰ, ਸੌਰੀ ਹਾਇਰ ਆਊਗਾ, ਦਾ ਮੋਰ ਡਿਫੀਕਲਟ ਫॉर ਪੀਪਲ, ਮੀਨਸ ਉਹਨਾਂ ਹੀ ਲੋਕਾਂ ਲਈ ਜ਼ਿਆਦਾ ਡਿਫੀਕਲਟ ਆ। ਜਿਵੇਂ ਵੀ ਤੁਸੀਂ ਬੋਲਦੇ ਆ ਇਹਨੂੰ ਵੀ ਜਿੰਨਾ ਜ਼ਿਆਦਾ ਆਹ ਜਾਂ ਜਿੰਨਾ ਬੁਰਾ ਵਾ, ਹਮੇਸ਼ਾ ਸੈਕਿੰਡ ਫਾਰਮ ਹੀ ਆਉਣੀ ਇਹਦੀ, ਸੈਕਿੰਡ ਡਿਗਰੀ ਆਉਣੀ ਆ ਡਿਗਰੀਜ਼ ਦੀ, ਮੀਨਸ ਕੰਪੈਰੇਟਿਵ ਡਿਗਰੀ ਆਉਣੀ ਆ। ਲਾਸਟ ਹੈਗਾ ਵਾ ਇਨ ਆਰਡਰ ਟੂ। ਇਨ ਆਰਡਰ ਟੂ ਦਾ ਮੀਨਿੰਗ ਹੁੰਦਾ ਫॉर। ਆਪਾਂ ਕੀ ਕਰਦੇ ਹਾਂ ਆਪਣੇ ਰਾਈਟਿੰਗ ਟਾਸਕ 2 ਅਤੇ 1 ਦੋਨਾਂ 'ਚ ਇਹਨੂੰ ਯੂਜ਼ ਕਰ ਸਕਦੇ ਹਾਂ। ਆਪਾਂ ਮੋਸਟਲੀ ਫॉर ਜਾਂ 2 ਦਾ ਯੂਜ਼ ਕਰਦੇ ਹਾਂ, ਅਤੇ ਇਹ ਵੀ ਬਹੁਤ ਰੇਅਰ ਆ ਕਿ ਸਟੂਡੈਂਟ ਇਨ ਆਰਡਰ ਟੂ ਦਾ ਯੂਜ਼ ਕਰਦੇ ਆ, ਅਤੇ ਜ਼ਰੂਰੀ ਹੁੰਦਾ ਯੂਜ਼ ਕਰਨਾ। ਜਸਟ ਡਿਫਰੈਂਸ ਕੀ ਆ ਇਹਦਾ,
for ਤੇ in order to ਦੇ ਵਿੱਚ ਇਹਦਾ meaning although ਸੌਰੀ ਭਾਵੇਂ ਸਿਮਿਲਰ ਹੀ ਆ ਇਹਦਾ meaning ਬਟ ਇਹਨੂੰ ਲਿਖਣ ਦਾ ਤਰੀਕਾ ਡਿਫਰੈਂਟ ਹੈ। ਲਿਖਣ ਦਾ ਤਰੀਕਾ ਕਿਵੇਂ ਡਿਫਰੈਂਟ ਹੈ? ਜਿਵੇਂ ਤੁਸੀਂ ਕਹਿਣਾ ਵਾ ਫॉर ਲਰਨਿੰਗ all these connectors you have to watch this video till the end। ਮੈਂ ਕਹਾਂ ਵੀ ਤੁਹਾਨੂੰ ਇਸ ਸਾਰੇ ਕਨੈਕਟਰ ਸਿੱਖਣ ਦੇ ਲਈ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣਾ ਪਏਗਾ। ਫॉर ਦੇ ਨਾਲ ਇੱਕ ਪ੍ਰੈਪੋਜੀਸ਼ਨ ਹੈ, ਇਸ ਲਈ ਲਰਨ ਵਰਬ ਆ, ਇਹਦੇ ਨਾਲ ਆਈ ਐਨ ਜੀ ਲੱਗਦਾ। ਕੋਈ ਵੀ ਪ੍ਰੈਪੋਜੀਸ਼ਨ ਹੁੰਦੀ ਆ ਉਹਦੇ ਨਾਲ ਜਦੋਂ ਆਪਾਂ ਵਰਬ ਲਗਾਉਂਦੇ ਹਾਂ ਉਹਦੇ ਨਾਲ ਆਈ ਐਨ ਜੀ ਲੱਗਦਾ ਵਾ। ਇਨ ਆਰਡਰ ਟੂ ਦਾ ਡਿਫਰੈਂਸ ਇਹੀ ਹੈ ਕਿ ਜਦੋਂ ਆਪਾਂ ਇਨ ਆਰਡਰ ਟੂ ਯੂਜ਼ ਕਰਦੇ ਹਾਂ ਭਾਵੇਂ ਇਹਨਾਂ ਦੇ ਮੀਨਿੰਗ ਸਿਮਿਲਰ ਹੀ ਆ ਇਨ ਆਰਡਰ ਟੂ ਤੇ ਫॉर ਦਾ, ਇਹਨਾਂ ਵਰਬ ਦੀ ਫਸਟ ਫਾਰਮ ਹੀ ਲੱਗਦੀ, ਆਈ ਐਨ ਜੀ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਜਿਹੜਾ ਟੂ ਆ ਇਹ ਇਨਫਿਨਿਟਿਵ ਦਾ ਤੇ ਇਹਦੇ ਨਾਲ ਹਮੇਸ਼ਾ ਵਰਬ ਦੀ ਫਸਟ ਫਾਰਮ ਆਉਂਦੀ ਹੈ ਤੇ ਫॉर ਕੀ ਇੱਕ ਪ੍ਰੈਪੋਜੀਸ਼ਨ ਆ ਜਿਹਦੇ ਨਾਲ ਵਰਬ ਦੀ ਫਸਟ ਫਾਰਮ ਨਾਲ ਆਈ ਐਨ ਜੀ ਆਉਂਦਾ ਵਾ। ਜਸਟ ਇਹੀ ਡਿਫਰੈਂਸ ਆ, ਮੀਨਿੰਗ ਦੋਨਾਂ ਦੇ ਸਿਮਿਲਰ ਹੀ ਆ। ਇਨ ਆਰਡਰ ਟੂ ਲਰਨ ਆਲ ਥੀਸ ਕਨੈਕਟਰ comma you have to watch this video till the end। ਇਸ ਤਰ੍ਹਾਂ ਤੁਸੀਂ ਲਿਖ ਸਕਦੇ ਆ ਇਹਨੂੰ ਤੇ ਰਾਈਟਿੰਗ ਟਾਸਕ 2 ਦੇ ਵਿੱਚ ਜਾਂ 1 ਦੋਨਾਂ 'ਚ ਯੂਜ਼ ਕਰ ਸਕਦੇ ਆ। ਜੇ ਤੁਸੀਂ ਇਨ ਆਰਡਰ ਟੂ ਨੂੰ ਮਿਡ ਵਿੱਚ ਲਿਖਣਾ ਤੁਸੀਂ ਕਿਵੇਂ ਲਿਖ ਸਕਦੇ ਹੋ? ਆਪਣਾ ਪਹਿਲਾ ਪੁਆਇੰਟ ਆ ਜਿਹੜਾ ਲਾਸਟ ਵਾਲਾ ਪੁਆਇੰਟ ਇਹਨੂੰ ਪਹਿਲਾਂ ਲਿਆਓ ਤੇ ਜਿਹੜਾ ਸਟਾਰਟਿੰਗ ਵਾਲਾ ਇਹਨੂੰ ਐਂਡਿੰਗ ਤੇ। ਕਿਵੇਂ ਆਊਗਾ? you have to watch this video till the end in order to learn all these connectors। ਇਸ ਤਰ੍ਹਾਂ ਇਹਨੂੰ ਬਣਾ ਸਕਦੇ ਆ ਤੁਸੀਂ। ਇਹ ਸੀਗੇ 11 connectors which are really essential for IELTS writing task 1 and 2। If you have any kind of difficulty, you can ask me through comments. Thanks for watching my video. Please subscribe and share my channel with your friends and family. Thanks.